गुड मॉर्निंग 10th क्लास। तो वर्कशीट नंबर 7 देखो जो ਤੁਹਾਡੇ ਯੂਨਿਟ 7 ਨਿਰਦੇਸ਼ ਅੰਕ ਅਤੇ ਜਮਾਇਤੀ ਕੋਆਰਡੀਨੇਟ ਜਿਓਮੈਟਰੀ ਤੇ ਬੇਸਡ ਆ। ਠੀਕ ਹੈ ਜੀ, ਤੁਹਾਡੇ ਕੋਲ ਇਹਦੇ ਵਿੱਚ 7.1 7.2 7.3 ਐਂਡ 7.4 ਐਕਸਰਸਾਈਜ਼ਸ ਨੇ। 7.3 ਜਿਹੜੀ ਹੈ ਉਹ ਦੂਰੀ ਸੂਤਰ ਮਤਲਬ ਡਿਸਟੈਂਸ ਫਾਰਮੂਲਾ ਦੇ ਅੰਦਰ ਰਿਲੇਟਡ ਹੈ। 7.2 ਕਿਹਦੇ ਨਾਲ ਹੈ? ਤੁਹਾਡੇ ਕੋਲੇ ਵਿਭਾਜਨ ਸੂਤਰ ਕਿਹੜਾ ਮਤਲਬ ਸੈਕਸ਼ਨ ਫਾਰਮੂਲਾ। ਐਂਡ 7.3 ਜਿਹਦੇ ਵਿੱਚ ਤੁਸੀਂ ਟ੍ਰਾਇੰਗਲ ਦਾ ਖੇਤਰਫਲ ਕੱਢਦੇ ਆ। ਠੀਕ ਹੈ ਜੀ। 7.4 ਤੁਹਾਡੇ ਕੋਲੇ ਆਪਸ਼ਨਲ ਹੈ, ਪਰ ਇਹਨੂੰ ਵੀ ਜ਼ਰੂਰ ਕਰੋ ਕਿਉਂਕਿ ਇਹਦੇ ਨਾਲ ਤੁਹਾਡੇ 7.1 7.3 7.2 ਇਹਦੇ ਜਿੰਨੇ ਵੀ ਕੁਐਸਚਨਸ ਨੇ ਉਹ ਰਿਵਾਈਜ਼ ਹੋਣਗੇ, ਰਾਈਟ। ਆਓ ਜੀ ਹੁਣ ਇਹਦਾ ਸਟਾਰਟ ਕਰਦੇ ਹਾਂ। ਜਿਹੜੀ ਡਿਪਾਰਟਮੈਂਟ ਵੱਲੋਂ ਵਰਕਸ਼ੀਟਸ ਨੇ ਸਾਡੇ ਕੋਲੇ, ਉਹਦਾ ਕੁਐਸਚਨ ਨੰਬਰ 1 ਕਹਿੰਦਾ ਪਿਆ ਬਿੰਦੂ 3,7 ਦੀ x ਧੁਰੇ ਤੋਂ ਦੂਰੀ ਪਤਾ ਕਰੋ। ਠੀਕ ਹੈ ਜੀ। ਤਾਂ ਦੇਖੋ ਤੁਹਾਡੇ ਕੋਲੇ ਤੁਸੀਂ ਆ ਆਪਣਾ ਕਾਰਟੀਜ਼ੀਅਨ ਪਲੇਨ ਬਣਾ ਲਓਗੇ। ਠੀਕ ਹੈ। ਹੁਣ ਬਿੰਦੂ ਕਿਹੜਾ 3,7 ਮਤਲਬ ਉਹਦੀ x ਦੀ ਵੈਲਿਊ 3 ਹੈ ਤੇ y ਦੀ ਵੈਲਿਊ ਕਿੰਨੀ ਹੈ 7। ਓਕੇ, ਅਸੀਂ ਇੱਥੇ 1 ਲਿਖ ਲਿਆ, ਇੱਥੇ 2 ਲਿਖ ਲਿਆ, ਇੱਥੇ 3 ਲਿਖ ਲਿਆ ਔਰ ਇਹ ਤੁਹਾਡੇ ਕੋਲ x ਐਕਸਿਸ ਆ, ਉੱਪਰ ਵਾਲੀ y ਐਕਸਿਸ ਆ, ਹੈ ਨਾ। ਜਿਹੜੀ ਲੰਮੀ ਪਈ ਹੁੰਦੀ ਹੈ ਲੇਟਵੀਂ x ਐਕਸਿਸ ਹੁੰਦੀ ਹੈ, ਖੜਵੀਂ ਜਿਹੜੀ ਹੁੰਦੀ ਹੈ y ਐਕਸਿਸ ਹੁੰਦੀ ਹੈ। ਇੱਧਰ ਕਿਹੜਾ ਹੈ 1, ਇੱਥੇ ਕਿੰਨਾ ਹੈ 2, ਇੱਥੇ ਕਿੰਨਾ ਹੈ 3, ਇੱਥੇ ਕਿੰਨਾ ਹੈ 4, ਇੱਥੇ ਕਿੰਨਾ ਹੈ 5, ਇੱਥੇ ਕਿੰਨਾ ਹੈ 6, ਇੱਥੇ ਕਿੰਨਾ ਹੈ 7। ਹੁਣ ਬਿੰਦੂ ਕਿੱਥੇ ਹੈ 3। ਅੱਛਾ ਜੀ, 3 ਤੋਂ ਕਿੰਨੀ ਦੂਰ ਜਾਣਾ 7 ਇੱਥੇ। तो ਇਹ ਦੇਖੋ ਆਹ ਬਿੰਦੂ ਦੀ ਗੱਲ ਕਰ ਰਿਹਾ ਹੈ। ਕਹਿੰਦਾ ਪਿਆ ਇਸ ਬਿੰਦੂ ਦੇ ਨਿਰਦੇਸ਼ਾਂਕ ਹੈ 3,7। ਤੋਂ ਕਹਿੰਦਾ ਪਿਆ ਦੱਸੋ ਜੀ ਇਹ x ਧੁਰੇ ਤੋਂ ਕਿੰਨਾ ਦੂਰ ਹੈ। ਦੇਖੋ ਧਿਆਨ ਦੇਣਾ, ਫਿਰ ਇਹ ਜਿਹੜਾ ਬਿੰਦੂ ਹੈ, ਆ ਜਿਹੜਾ ਬਿੰਦੂ ਹੈ ਹੈਨਾ, ਇਹਦੀ x ਧੁਰੇ ਤੋਂ ਕਿੰਨੀ ਦੂਰੀ ਹੈ, ਕਿੰਨੀ ਦੂਰ ਹੈ ਇਹ ਦੂਰ ਹੈ ਤੁਹਾਡੇ ਕੋਲੇ 7 ਇਕਾਈਆਂ। ਠੀਕ ਹੈ ਜੀ। ਤੋਂ ਕਿੰਨੀ ਦੂਰ ਹੈ ਤੁਹਾਡੇ ਕੋਲੇ 7 ਇਕਾਈਆਂ ਦੂਰ ਹੈ, ਰਾਈਟ। ਗਲਤੀ ਦੇ ਨਾਲ 3 ਨਹੀਂ ਲਿਖ ਦੇਣਾ, 3 ਨਹੀਂ, 3 ਤਾਂ ਇਹਦੀ ਕਿੱਦਾਂ ਦੂਰੀ ਹੈ x ਧੁਰੇ ਤੋਂ origin ਤੋਂ ਦੂਰੀ ਹੈ। ਪਰ ਉਹ ਕਹਿੰਦਾ ਪਿਆ ਦੱਸੋ ਜੀ ਇਹ ਬਿੰਦੂ x ਧੁਰੇ ਤੋਂ ਕਿੰਨੀ ਦੂਰ ਹੈ, ਕਿੰਨੀ ਦੂਰ ਹੈ 7 ਇਕਾਈਆਂ ਦੂਰ ਹੈ, ਰਾਈਟ। ਕਹਿੰਦਾ ਪਿਆ ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਨੇ, ਕੋਆਰਡੀਨੇਟ ਕੀ ਹੁੰਦੇ ਆ origin ਤੇ। ਜਦੋਂ ਤੁਸੀਂ ਕਾਰਟੀਜ਼ੀਅਨ ਕੋਆਰਡੀਨੇਟ ਪਲੇਨ ਬਣਾਉਂਦੇ ਆ ਤੁਸੀਂ ਇਦਾਂ ਬਣਾਉਂਦੇ ਆ, ਲਿਖਦੇ ਆ x ਐਕਸਿਸ ਤੇ ਲਿਖਦੇ ਆ y ਐਕਸਿਸ। ਅਸੀਂ ਕਹਿੰਦੇ ਜਿੱਥੇ ਮਿਲਦੇ ਆ ਉਹ ਹੁੰਦਾ ਤੁਹਾਡੇ ਕੋਲੇ origin ਮੂਲ ਬਿੰਦੂ, ਔਰ ਇਹਦੇ ਜਿਹੜੇ ਕੋਆਰਡੀਨੇਟ ਹੁੰਦੇ ਆ ਕੀ ਹੁੰਦੇ ਆ, ਇਹਦੀ ਜਿਹੜੀ x ਦੀ ਵੈਲਿਊ 0 y ਦੀ ਵੀ ਵੈਲਿਊ 0, ਮਤਲਬ ਭੁਜ ਵੀ 0 ਕੋਟੀ ਵੀ 0, ਐਬਸਿਸਾ ਵੀ 0, ਆਰਡੀਨੇਟ ਵੀ 0। ਠੀਕ ਹੈ ਜੀ। ਥਰਡ ਕੁਐਸਚਨ ਦੇ ਆਓ ਜੀ, ਇੱਕੋ ਰੇਖਾ ਤੇ ਸਥਿਤ 3 ਜਾਂ ਵੱਧ ਬਿੰਦੂਆਂ ਨੂੰ ਕੀ ਕਹਿੰਦੇ ਹਨ। ਓਕੇ, ਤੁਹਾਡੇ ਕੋਲ ਦੇਖੋ ਕੀ ਕਹਿੰਦਾ ਪਿਆ, ਇਹ ਇੱਕ ਰੇਖਾ ਬਣਾ ਲਈ, ਇਹਦੇ ਤੇ ਕਿੰਨੇ ਤਿੰਨ ਬਿੰਦੂ ਜ਼ਰੂਰ ਹੋਣੇ ਚਾਹੀਦੇ ਆ, 1 2 3, 3 ਤੋਂ ਵੱਧ ਜਿੰਨੇ ਮਰਜ਼ੀ ਪਰ ਘੱਟੋ ਘੱਟ 3। ਠੀਕ ਹੈ ਜੀ। ਉਹਨਾਂ ਨੂੰ ਕੀ ਕਹਿੰਦੇ ਆ, 3 ਜਾਂ 3 ਤੋਂ ਵੱਧ ਬਿੰਦੂ ਜੋ ਇੱਕੋ ਰੇਖਾ ਤੇ ਪਏ ਹੋਣ, ਇੱਕੋ ਸਿੱਧੀ ਰੇਖਾ ਤੇ ਪਏ ਹੋਣ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਆ ਸਮਰੇਖੀ ਬਿੰਦੂ। ਠੀਕ ਹੈ ਜੀ। ਸਮਰੇਖੀ ਬਿੰਦੂ ਆਖਦੇ ਹਨ। ਇੰਗਲਿਸ਼ ਵਾਲੇ ਸਮਰੇਖੀ ਨੂੰ ਕੀ ਲਿਖਦੇ ਆ, ਉਹ ਲਿਖਦੇ ਆ ਕਲੀਨੀਅਰ। ਠੀਕ ਹੈ ਜੀ, ਉਹਨਾਂ ਨੂੰ ਲਿਖਦੇ ਆ ਕਲੀਨੀਅਰ ਪੁਆਇੰਟਸ। 3 or more points which when all together placed they form a straight line, they are called collinear points। फोर्थ पॉइंट देखो जी, कहता बिंदु P x, y ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ। ਠੀਕ ਹੈ ਜੀ। ਮੂਲ ਬਿੰਦੂ ਮੰਨ ਲਓ ਮੈਂ ਉਹਨੂੰ O ਦੇ ਨਾਲ ਲਿਖਿਆ। ਠੀਕ ਹੈ, ਆ ਮੂਲ ਬਿੰਦੂ ਸੀ, ਇਹਦੇ ਕੋਆਰਡੀਨੇਟ ਕਿਹੜੇ ਹੋਣਗੇ 0,0, ਨਿਰਦੇਸ਼ਾਂਕ 0,0 ਹੋਣਗੇ। ਕਿੱਥੋਂ ਦੀ ਦੂਰੀ P ਦੀ ਦੂਰੀ ਪਤਾ ਕਰਨੀ ਹੈ ਜਿਹਦੇ ਕੋਆਰਡੀਨੇਟ ਕੀ ਹੈ x, y। ਹੁਣ ਤੁਹਾਨੂੰ ਪਤਾ ਮੰਨ ਲਓ ਮੈਂ OP ਲਿਖਾਂ, ਕੀ ਲਿਖਾਂਗੀ ਫਿਰ ਮੈਂ ਲਿਖਾਂਗੀ x, ਇਹਨੂੰ A ਹੋ ਗਿਆ ਤੁਹਾਡੇ ਕੋਲੇ x1 A ਹੋ ਗਿਆ, y1 A ਹੋ ਗਿਆ, x2 A ਹੋ ਗਿਆ, y2 है ना। तो की आ गया ਤੁਹਾਡੇ ਕੋਲੇ x - 0 ਦਾ ਸਕੁਅਰ ਪਲਸ y - 0 ਦਾ ਸਕੁਅਰ, ਸਾਰੇ ਦਾ ਅੰਡਰ ਰੂਟ। ਕਿੰਨਾ ਆ ਗਿਆ ਅੰਡਰ ਰੂਟ, ਇਹ ਆ ਗਿਆ x ਸਕੁਅਰ ਪਲਸ y ਸਕੁਅਰ। तो ये ਤੁਹਾਡੇ ਕੋਲੇ ਕੀ ਆ ਗਿਆ ਆਨਸਰ। ਔਰ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਔਰ ਆਮ ਆਂਦਾ ਹੈ। ਠੀਕ। ਨੈਕਸਟ ਆ ਜਾਓ ਜੀ, ਨੈਕਸਟ ਹੈ ਤੁਹਾਡੇ ਕੋਲੇ ਕੁਐਸਚਨ ਨੰਬਰ 5। ਕੁਐਸਚਨ ਨੰਬਰ 5 ਦੇ ਵਿੱਚ ਦੇਖੋ, ਕਹਿੰਦਾ ਜੇਕਰ ਕਿਸੇ ਤ੍ਰਿਭੁਜ ਦਾ ਖੇਤਰਫਲ ਡੈਸ਼ ਇਕਾਈਆਂ ਹੈ, ਮਤਲਬ ਇੱਥੇ ਅਸੀਂ ਰਕਮ ਭਰਨੀ ਹੈ, ਉਸਦੇ ਸਿਖਰ ਸਮਰੇਖੀ ਹੁੰਦੇ ਹਨ। ਠੀਕ ਆ। ਕਹਿੰਦਾ ਵਾ if the area of any triangle is dash units then 3 vertices are collinear। ਦੇਖੋ ਸਾਨੂੰ ਪਤਾ ਹੈ ਟ੍ਰਾਇੰਗਲ ਕਿੱਦਾਂ ਬਣਦੀ ਹੈ। ਅਸੀਂ ਕਹਿੰਦੇ ਆ 3 ਬਿੰਦੂ ਪਏ ਆ। ਠੀਕ ਹੈ, ਇਹਨਾਂ ਨੂੰ ਮਿਲਾ ਦਿਓ, ਤੁਹਾਡੇ ਕੋਲੇ ਟ੍ਰਾਇੰਗਲ ਆ। ਇਹ 3 ਬਿੰਦੂ ਕਿੱਦਾਂ ਪਏ ਆ, ਟੇਢੇ ਮੇਢੇ ਪਏ ਆ, ਹੈਨਾ। ਪਰ ਜਦੋਂ ਇਹ ਬਿੰਦੂ ਠੀਕ ਕਿੱਦਾਂ ਆ ਜਾਣਗੇ, ਦੇਖਿਓ ਜਦੋਂ ਇਹ ਬਿੰਦੂ ਤਾਂ ਸਿੱਧੇ ਆ ਜਾਣਗੇ, ਇੱਕ ਲਾਈਨ 'ਚ ਆ ਜਾਣਗੇ। ਉਦੋਂ ਟ੍ਰਾਇੰਗਲ ਨਹੀਂ ਬਣੂਗੀ, ਟ੍ਰਾਇੰਗਲ ਨਹੀਂ ਬਣੂਗੀ, ਇਹਦਾ ਮਤਲਬ ट्राइंगल का एरिया उस टाइम कितना हो जाएगा 0, क्योंकि ट्राइंगल है ही नहीं है।
है ना। ਤੇ ਸਾਡੇ ਕੋਲੇ ਵਰਟਿਸਿਸ ਕੀ ਨੇ, ਕਲੀਨੀਅਰ ਹੈ ਨਾ, ਸਮਰੇਖੀ ਹੈ ਨਾ। ਤਿੰਨ ਦੇ ਤਿੰਨ ਸਿਖਰ ਅਸੀਂ ਕੀ ਕਰ ਦਿੱਤੇ, ਸਮਰੇਖੀ ਕਰ ਦਿੱਤੇ, ਤਾਂ ਟ੍ਰਾਇੰਗਲ ਦਾ ਏਰੀਆ ਕਿੰਨਾ ਹੋ ਗਿਆ, 0, ਕਿਉਂਕਿ ਟ੍ਰਾਇੰਗਲ ਬਣਦੀ ਨਹੀਂ ਪਈ। ਕਿੰਨੇ ਹੋਊਗਾ ਤੁਹਾਡੇ ਕੋਲੇ, 0 ਇਕਾਈਆਂ, 0 ਯੂਨਿਟਸ। ਨੈਕਸਟ ਆ ਜਾਓ ਜੀ ਕੁਐਸਚਨ ਨੰਬਰ 6 ਤੇ। ਕਹਿੰਦਾ ਪਿਆ y ਧੁਰੇ ਤੇ ਉਹ ਬਿੰਦੂ ਪਤਾ ਕਰੋ। ਠੀਕ ਹੈ ਜੀ। ਹੁਣ y ਧੁਰੇ ਤੇ ਕੋਈ ਬਿੰਦੂ ਪਤਾ ਕਰਨਾ, ਜੋ ਬਿੰਦੂ 2,3 ਤੇ -4,3 ਤੋਂ ਬਰਾਬਰ ਦੂਰੀ ਤੇ ਸਥਿਤ ਹੋਵੇ। ਅਸੀਂ ਮੰਨ ਲੈਂਦੇ ਹਾਂ ਆਹ ਬਿੰਦੂ ਹੈ y ਧੁਰੇ ਤੇ ਪਿਆ ਹੋਇਆ, ਮੰਨ ਲਓ ਇਹ ਬਿੰਦੂ ਹੈ P। ਕਿਉਂਕਿ ਇਹ y ਧੁਰੇ ਤੇ ਪਿਆ ਹੋਇਆ, ਤਾਂ ਇਹਦੀ ਮਤਲਬ ਇਹਦਾ ਜਿਹੜਾ ਕੋਆਰਡੀਨੇਟ ਹੈ ਉਹਦੀ ਕੋਈ ਨਾ ਕੋਈ ਵੈਲਿਊ ਹੈ, ਮਤਲਬ ਕੋਟੀ ਦੀ ਕੋਈ ਨਾ ਕੋਈ ਵੈਲਿਊ ਹੈ, ਬਟ ਭੁਜ ਦੀ ਵੈਲਿਊ ਕਿੰਨੀ ਹੈ, ਐਬਸਿਸਾ ਦੀ ਵੈਲਿਊ ਕਿੰਨੀ ਹੈ, 0। ਕਿਉਂਕਿ ਕਿੱਥੇ ਪਿਆ ਹੋਇਆ ਇਹ ਬਿੰਦੂ, P ਬਿੰਦੂ ਕਿੱਥੇ ਪਿਆ ਹੋਇਆ ਤੁਹਾਡੇ ਕੋਲੇ, y ਧੁਰੇ ਤੇ ਪਿਆ ਹੋਇਆ। ਹੁਣ ਕਹਿੰਦਾ ਪਿਆ ਇੱਥੇ ਇੱਕ ਬਿੰਦੂ ਹੋਰ ਹੈ, ਮੰਨ ਲੈਂਦੇ ਆ A ਜਿਹਦੇ ਕੋਆਰਡੀਨੇਟ ਹੈ 2,3, ਤੇ ਇੱਥੇ ਇੱਕ ਬਿੰਦੂ ਹੋਰ ਹੈ B ਜਿਹਦੇ ਕੋਆਰਡੀਨੇਟ ਕਿੰਨੇ ਆ, -4,1। ਹੁਣ ਉਹ ਕੀ ਕਹਿੰਦਾ ਪਿਆ, ਇਹ ਦੋਨੋਂ ਕੀ ਹੈ, ਬਰਾਬਰ ਦੂਰੀ ਤੇ ਹੈ। ਇਹ ਦੋਨੋਂ ਬਿੰਦੂ ਕੀ ਹੈ, ਇਸ P ਬਿੰਦੂ ਤੋਂ ਜੋ y ਧੁਰੇ ਤੇ ਪਿਆ ਹੋਇਆ ਬਰਾਬਰ ਦੂਰੀ ਤੇ ਹੈ। ਇਹਦਾ ਮਤਲਬ ਤੁਹਾਡੇ ਕੋਲੇ ਕੀ ਹੋਊਗਾ, PA ਕਿਹਦੇ ਬਰਾਬਰ ਹੋਊਗਾ, PB। ਕਿਹੜਾ ਸੂਤਰ ਲਾਉਂਗੇ, ਕਿਹੜਾ ਫਾਰਮੂਲਾ ਲਾਉਂਗੇ, ਦੂਰੀ ਦਾ, ਹੈ ਨਾ। ਤੋ ਇੱਧਰ ਆ ਜਾਓ, PA ਦੀ ਵੈਲਿਊ, ਹੁਣ PA ਮੈਂ ਡਾਇਰੈਕਟਲੀ ਵੈਲਿਊ ਪੁੱਟ ਕਰਾਂਗੀ, ਕੀ ਹੋਊਗਾ ਤੁਹਾਡੇ ਕੋਲੇ ਹੋਊਗਾ 2 - 0 ਦਾ ਸਕੁਅਰ, ਹੈ ਨਾ, x2 - x1 ਸਕੁਅਰ ਪਲਸ y2 - y1 ਦਾ ਸਕੁਅਰ, ਕਿਹਦੇ ਬਰਾਬਰ, ਦੂਜੇ ਪਾਸੇ ਆ ਜਾਓ, ਇੱਧਰਲੇ ਪਾਸੇ, ਹੈ ਨਾ। ਇਹ ਤੁਹਾਡੇ ਕੋਲੇ ਕਿੰਨਾ ਆ ਗਿਆ, ਇਹ ਤੁਹਾਡੇ ਕੋਲੇ ਆ ਗਿਆ -4,0 ਦਾ ਸਕੁਅਰ ਪਲਸ 1 - y ਦਾ ਸਕੁਅਰ, ਹੈ ਨਾ। ਦੋਨਾਂ ਦੇ ਵਿੱਚ PA ਤੇ PB ਦੋਨਾਂ ਦੇ ਵਿੱਚ ਅਸੀਂ ਦੂਰੀ ਫਾਰਮੂਲਾ, ਡਿਸਟੈਂਸ ਫਾਰਮੂਲਾ ਲਾਤਾ, ਜੋ ਕਿਹਦੇ ਬਰਾਬਰ ਆ ਗਿਆ, 2 ਦਾ ਸਕੁਅਰ ਕਿੰਨਾ ਹੁੰਦਾ ਹੈ, 4, 0 ਤਾਂ ਖਤਮ ਹੋ ਗਿਆ, ਪਲਸ A - B ਹੋਲ ਸਕੁਅਰ ਕਿੰਨਾ ਹੋ ਗਿਆ, A ਸਕੁਅਰ ਪਲਸ B ਸਕੁਅਰ ਮਾਈਨਸ 2AB। ਠੀਕ, ਸਾਰੇ ਦਾ ਅੰਡਰ ਰੂਟ ਨਾਲ ਦੀ ਨਾਲ ਚੱਲਦਾ ਪਿਆ। ਇੱਧਰ ਆ ਜਾਓ ਜੀ, ਇਹ ਕਿੰਨਾ ਆ ਗਿਆ ਤੁਹਾਡੇ ਕੋਲੇ, ਮਾਈਨਸ ਦਾ ਸਕੁਅਰ ਪਲਸ 4 ਦਾ ਸਕੁਅਰ 16, 0 ਖਤਮ, ਪਲਸ A - B ਹੋਲ ਸਕੁਅਰ, A ਸਕੁਅਰ ਪਲਸ B ਸਕੁਅਰ ਮਾਈਨਸ 2AB। ਠੀਕ ਹੈ ਜੀ। ਅੱਛਾ ਜੀ, ਹੁਣ ਧਿਆਨ ਦੇ ਨਾਲ ਦੇਖੋ ਜਰਾ, ਆ ਇੱਧਰ ਵੀ ਅੰਡਰ ਰੂਟ ਹੈ, ਇੱਧਰ ਵੀ ਅੰਡਰ ਰੂਟ ਹੈ, ਅੰਡਰ ਰੂਟ ਨਾਲ ਅੰਡਰ ਰੂਟ ਉੜ ਗਿਆ। ਇੱਥੇ ਕਿੰਨਾ ਬਣ ਗਿਆ, ਇੱਥੇ ਤੁਹਾਡੇ ਕੋਲੇ ਬਣ ਗਿਆ 13 ਜਮਾ y ਸਕੁਅਰ ਮਾਈਨਸ 6y ਬਰਾਬਰ ਹੈ 16। ਓਕੇ, 17 ਲਿਖ ਦਿੰਦੇ ਆ, 16 ਜਮਾ 1 17 ਜਮਾ y ਸਕੁਅਰ ਮਾਈਨਸ ਦੇ 2y। ਓਕੇ, y ਸਕੁਅਰ ਨਾਲ y ਸਕੁਅਰ ਉੜ ਗਿਆ, y ਵਾਲੀਆਂ ਰਕਮਾਂ ਇੱਕ ਪਾਸੇ ਲਿਆਓ, ਇਹ ਮਾਈਨਸ ਦੇ ਇੱਧਰ ਜਾ ਕੇ ਪਲੱਸ ਹੋ ਗਏ, ਮਾਈਨਸ ਦੇ 6y ਪਲਸ ਦੇ 2y ਕਿੰਨੇ ਹੋ ਗਏ, ਮਾਈਨਸ ਦੇ 4y। 17 - 13 ਕਿੰਨਾ ਹੋ ਗਿਆ, 4। y ਕਿਹਦੇ ਬਰਾਬਰ ਆ ਗਿਆ, 4/4, ਮਾਈਨਸ ਇੱਥੇ ਲਿਖਦਾ, ਕੱਟ ਕੇ ਕਿੰਨਾ ਆ ਗਿਆ, -1। ਮਤਲਬ ਆ ਜਿਹੜਾ P ਬਿੰਦੂ ਆ, ਜਿਹੜਾ y ਧੁਰੇ ਤੇ ਪਿਆ ਹੋਇਆ ਆ, ਉਹਦੇ ਕੋਆਰਡੀਨੇਟ ਕਿੰਨੇ ਆ, ਉਹਦੇ ਨਿਰਦੇਸ਼ਾਂਕ ਕਿਹੜੇ ਕਿਹੜੇ ਆ, 0 ਤੇ -1। ਠੀਕ ਹੈ ਜੀ। ਲੋ ਜੀ, ਨੈਕਸਟ ਆਉਂਦੇ ਆ ਅਸੀਂ ਕੁਐਸਚਨ ਨੰਬਰ ਤੁਹਾਡੇ ਕੋਲੇ 7 ਤੇ। ਲਓ, 7th ਕੁਐਸਚਨ ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ, ਦੇਖੀਏ ਧਿਆਨ ਦੇ ਨਾਲ। ਕਹਿੰਦਾ K ਦਾ ਮੁੱਲ ਪਤਾ ਕਰੋ ਜੇਕਰ ਬਿੰਦੂ ਤੁਹਾਡੇ ਕੋਲੇ P 0,2 ਬਿੰਦੂ ਜਿਹੜਾ ਹੈਗਾ A 3, K ਅਤੇ B K, 5 ਤੋਂ ਬਰਾਬਰ ਦੂਰੀ ਤੇ ਸਥਿਤ ਹੋਵੇ। ਹੁਣ ਇਹ ਫੇਰ ਜਮਾ ਹੀ ਪਿੱਛੇ ਕੁਐਸਚਨ ਵਾਲਾ, ਪਿਛਲਾ ਕੁਐਸਚਨ ਵਰਗਾ ਹੈ। ਹੁਣ ਇੱਥੇ ਕੋਈ ਬਿੰਦੂ P ਆ ਜਿਹਦੇ ਨਿਰਦੇਸ਼ਾਂਕ ਆ 0,2, ਰਾਈਟ। ਹੁਣ ਇੱਥੇ ਇੱਕ ਬਿੰਦੂ ਕਿਹੜਾ ਪਿਆ ਹੋਇਆ A, ਇੱਧਰਲੇ ਪਾਸੇ ਕਿਹੜਾ ਬਿੰਦੂ ਪਿਆ ਹੋਇਆ B। ਠੀਕ ਆ, A ਦੇ ਨਿਰਦੇਸ਼ਾਂਕ 3, K, B ਦੇ ਨਿਰਦੇਸ਼ਾਂਕ ਕਿੰਨੇ ਆ ਤੁਹਾਡੇ ਕੋਲੇ K, 5, ਰਾਈਟ। ਹੁਣ ਉਹ ਕੀ ਕਹਿੰਦਾ ਹੋਇਆ, ਕਹਿੰਦਾ ਇਹਨਾਂ ਨੂੰ ਆਪਸ ਦੇ ਵਿੱਚ ਕੀ ਕਰੋ, ਇਹ ਇਸ ਤਰ੍ਹਾਂ ਪਏ ਹੋਏ ਹੈ ਕਿ ਤੁਹਾਡੇ ਕੋਲੇ ਜਿਹੜਾ PA ਹੈ ਉਹ PB ਦੇ ਬਰਾਬਰ ਹੈ। ਤਾਂ ਤੁਸੀਂ ਕੀ ਪਤਾ ਕਰਨਾ, ਤੁਸੀਂ K ਦਾ ਮੁੱਲ ਪਤਾ ਕਰਨਾ। ਹੁਣ ਇਹ ਤੁਹਾਡੇ ਕੋਲੇ ਇਹ ਤੁਸੀਂ ਆਪਣੇ ਆਪ ਕਰੋਗੇ। ਠੀਕ ਹੈ, ਮੈਂ ਤੁਹਾਨੂੰ ਦੱਸ ਦਿੰਨੇ ਆ ਕਿ ਮੈਂ ਤਾਂ ਕੱਢਿਆ ਸਵਾਲ। ਠੀਕ ਹੈ, K ਦਾ ਆਨਸਰ ਤੁਹਾਡੇ ਕੋਲੇ 2 ਆਣਾ ਚਾਹੀਦਾ, ਤਾਂ ਇਹਨੂੰ ਇੱਥੋਂ ਦੀ ਤੁਸੀਂ ਖੁਦ ਸੋਲਵ ਕਰਨਾ। ਠੀਕ, ਨੈਕਸਟ ਆਉਂਦੇ ਆ ਅਸੀਂ ਕੁਐਸਚਨ ਨੰਬਰ 8 ਤੇ। ਓਕੇ ਜੀ, ਕੁਐਸਚਨ ਨੰਬਰ 8 ਵੇਖੋ ਤੁਹਾਡੇ ਕੋਲੇ ਕੀ ਕਹਿ ਰਿਹਾ। ਕਹਿੰਦਾ ਪਿਆ ਕੋਈ ਬਿੰਦੂ ਨੇ 3, -10, 6, -8 ਨੂੰ ਮਿਲਾਉਣ ਵਾਲੇ ਰੇਖਾ ਖੰਡ ਬਿੰਦੂ 1, -6 ਕਿਸ ਅਨੁਪਾਤ ਵਿੱਚ ਵੰਡਦਾ ਹੈ। ਰੇਸ਼ੋ ਫਾਈਂਡ ਕਰਨੀ ਹੈ। ਠੀਕ ਹੈ, ਜਿਹੜਾ ਦੇਖੋ ਹੁਣ ਸਪੋਜ਼ ਕਰ ਲਓ ਆ ਅਸੀਂ ਕੀ ਕਰ ਲਏ, 2 ਬਿੰਦੂ ਬਣਾ ਲਏ। ਇੱਥੇ ਕਿੰਨੇ ਆ ਤੁਹਾਡੇ ਕੋਲੇ -3, 10, ਇੱਧਰ ਕਿੰਨੇ ਆ ਤੁਹਾਡੇ ਕੋਲੇ 6, -8, ਰਾਈਟ।
ਕਹਿੰਦਾ ਪਿਆ ਇਹਨਾਂ ਨੂੰ ਮਿਲਾਉਣ ਵਾਲੇ ਰੇਖਾ ਖੰਡ ਤੇ ਨਾ ਇੱਥੇ ਕੋਈ ਹੋਰ ਬਿੰਦੂ ਪਿਆ। ਮੰਨ ਲੈਂਦੇ ਆ ਇਹ ਬਿੰਦੂ A ਹੈ, ਇਹ ਬਿੰਦੂ B ਹੈ, ਆ ਜਿਹੜਾ ਬਿੰਦੂ ਹੈ Q ਹੈ, ਜਿਹਦੇ ਨਿਰਦੇਸ਼ਾਂਕ ਹੈ -1,6। ਕਹਿੰਦਾ ਦੱਸੋ ਜੀ ਇਹ ਇਹਨਾਂ ਨੂੰ ਕਿਹੜੇ ਅਨੁਪਾਤ ਵਿੱਚ ਵੰਡਦਾ ਹੈ। ਅਸੀਂ ਕਹਿੰਦੇ ਆ ਕਿ ਮੰਨ ਲਓ ਜਿਹੜਾ ਅਨੁਪਾਤ ਹੈ ਉਹ ਹੈ K/1। ਸੇ ਦਾ ਮਤਲਬ ਮੰਨ ਲਓ ਹੈ ਨਾ, ਕਿਹੜੇ ਅਨੁਪਾਤ ਵਿੱਚ ਵੰਡਦਾ ਹੈ, K/1 ਵਿੱਚ ਵੰਡਦਾ ਹੈ ਨਾ। ਤੋ ਦੇਖੋ ਹੁਣ ਤੁਹਾਨੂੰ ਆਂਦਾ ਹੈ ਨਾ, ਉਸ ਤੋਂ ਬਾਅਦ ਅਸੀਂ ਕੀ ਕਰਦੇ ਹੁੰਦੇ ਆ, ਕਿਹੜਾ ਵਿਭਾਜਨ ਸੂਤਰ ਕੀ ਕਹਿੰਦਾ, ਜਿਹੜਾ ਬਿੰਦੂ ਠੀਕ K/1 ਚ ਵੰਡਦਾ ਪਿਆ ਉਹਦਾ ਜਿਹੜਾ x ਹੈ, ਮਤਲਬ ਉਹਦਾ ਜਿਹੜਾ ਤੁਹਾਡੇ ਕੋਲੇ ਭੁਜ ਹੈ ਜਾਂ ਉਹਦਾ ਐਬਸਿਸਾ ਹੈ, ਉਹ ਕਿਹਦੇ ਬਰਾਬਰ ਹੋਊਗਾ -1 ਹੈ ਨਾ। ਕਿਹਦੇ ਬਰਾਬਰ ਹੋਊਗਾ, ਕੀ ਹੁੰਦਾ ਸੀਗਾ ਫਾਰਮੂਲਾ m1 × x2। तो कितना आ गया ਤੁਹਾਡੇ ਕੋਲੇ, ਜਦੋਂ ਤੁਸੀਂ ਇਹਨੂੰ ਮਲਟੀਪਲਾਈ ਕੀਤਾ -1 के बराबर आ गया k × 6k। ठीक है जी। फिर आ 1 × -3 -3, वैसे तो प्लस होंगे ना, प्लस 1 × -3 -3 आ जाऊगा, बटे च कितना आ जाऊगा k+1। सिमिलरली ਇਹਦਾ ਜਿਹੜਾ कोटि है, मतलब ਇਹਦਾ ਜਿਹੜਾ ऑर्डिनेट है वो किहदे बराबर आ जाऊगा 6। आ वाला ਜਿਹੜਾ 6 है किहदे बराबर आ जाऊगा k × -8 -8k है ना, 1 × 10 ਤੇ ਕਿੰਨਾ ਆ ਗਿਆ ਜਮਾ ਦੇ 10 ਬਟੇ ਦੇ ਵਿੱਚ ਕਿੰਨਾ ਆ ਗਿਆ k+1। ਹੁਣ ਤੁਹਾਡੇ ਤੇ ਆ ਤੁਸੀਂ ਇਹਨੂੰ ਸੋਲਵ ਕਰਨਾ ਕਿ ਇਹਨੂੰ ਸੋਲਵ ਕਰਨਾ। ਅਸੀਂ ਇਹਨੂੰ ਸੋਲਵ ਕਰ ਲੈਂਦੇ ਆ, ਬਾਕੀ ਤੁਸੀਂ ਦੋਨੋਂ ਸੋਲਵ ਕਰੋਗੇ ਆਨਸਰ ਸੇਮ ਆਊਗਾ। ਠੀਕ ਹੈ ਜੀ। तो माइनस इंटू k+1 कितना आ गया -k-1 बराबर के आ गया 6k-3। ठीक है। 6k ਨੂੰ ਚੁੱਕ ਕੇ ਐਨੂੰ ਲੈ ਆਓ, ਮਾਈਨਸ ਦੇ k ਮਾਈਨਸ ਦੇ 6k ਬਰਾਬਰ ਕਿਹੜੇ ਹੋ ਗਿਆ -3 ਜਮਾ ਦੇ 1। ਇਹ ਮਾਈਨਸ ਦੇ 7k ਹੋ ਗਿਆ ਬਰਾਬਰ ਦੇ ਕਿਹੜੇ ਆ ਗਿਆ -2, which implies ਮਾਈਨਸ ਨਾਲ ਮਾਈਨਸ ਕੱਟੀ ਗਈ, k ਕਿਹਦੇ ਬਰਾਬਰ ਆ ਗਿਆ, k ਬਰਾਬਰ ਆ ਗਿਆ 2/7 ਹੈ ਨਾ। ਹੁਣ ਤੁਸੀਂ ਕੀ ਕਿਹਾ ਸੀ, ਤੁਸੀਂ ਕਿਹਾ ਸੀ k ਅਨੁਪਾਤ 1 ਵਿੱਚ ਵੰਡਦਾ ਹੈ ਨਾ। तो 2/7 तो ਕਿਹੜੇ ਵਿੱਚ ਵੰਡਦਾ ਹੈ, ਇਹ ਜਿਹੜਾ ਬਿੰਦੂ Q ਹੈ ਇਹ AB ਨੂੰ ਕਿਹੜੇ ਅਨੁਪਾਤ ਵਿੱਚ ਵੰਡਦਾ ਪਿਆ 2/7 ਵਿੱਚ ਵੰਡਦਾ ਪਿਆ। ਇਹ ਤੁਹਾਡਾ ਕੀ ਆ ਗਿਆ ਆਨਸਰ ਆ ਗਿਆ। ਠੀਕ ਹੈ ਜੀ। ਨੈਕਸਟ ਆਓ ਜੀ ਕੁਐਸਚਨ ਨੰਬਰ 9 ਤੇ। ਕੁਐਸਚਨ ਨੰਬਰ 9 ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ ਵੇਖੀਏ, ਕਹਿੰਦਾ ਪਿਆ k ਦਾ ਮੁੱਲ ਪਤਾ ਕਰੋ। ਠੀਕ ਹੈ ਜੀ। ਫਾਈਂਡ ਦ ਵੈਲਿਊ ਆਫ k ਜੇਕਰ ਇਫ ਜਿਹੜੇ ਬਿੰਦੂ ਨੇ 8,1 k, -4 ਤੇ 2, -5 ਸਮਰੇਖੀ ਹੋਣ। ਹੁਣ ਇੱਥੇ ਦੋ ਤਰੀਕੇ ਆ। 7.1 ਕੀ ਕਹਿੰਦਾ, 7.1 ਕਹਿੰਦਾ ਇਹਨਾਂ ਨੂੰ A B C ਮੰਨ ਲਓ, ਫਿਰ AB ਹੈ ਨਾ, ਫਿਰ BC, ਫਿਰ CA, ਸਾਰਿਆਂ ਦੀ ਵੈਲਿਊ ਕੱਢ ਲਓ। ਸਾਰਿਆਂ ਦੀ ਵੈਲਿਊ ਕੀ ਆਣੀ ਚਾਹੀਦੀ, ਆਪਸ ਬਰਾਬਰ ਹੋਣੀ ਚਾਹੀਦੀ ਤਾਂ ਸਮਰੇਖੀ ਹੋਣਗੇ। 7.3 ਕੀ ਕਹਿੰਦੀ, 7.3 ਐਕਸਰਸਾਈਜ਼ ਨੇ ਥੋੜਾ ਛੋਟਾ ਕਰਤਾ। ਉਹ ਕਹਿੰਦਾ ਕੀ ਕਰੋ, ਜੇਕਰ ਕਿਸੇ ਟ੍ਰਾਇੰਗਲ ਦਾ ਖੇਤਰਫਲ ਤੁਹਾਡੇ ਕੋਲੇ 0 ਆਂਦਾ ਪਿਆ, ਠੀਕ ਹੈ ਜੀ, ਟ੍ਰਾਇੰਗਲ ਦਾ ਖੇਤਰਫਲ ਤੁਹਾਡੇ ਕੋਲੇ 0 ਆਂਦਾ ਪਿਆ, ਇਹਦਾ ਮਤਲਬ ਤੁਹਾਡੇ ਕੋਲੇ ਦਿੱਤੇ ਹੋਏ ਬਿੰਦੂ ਸਮਰੇਖੀ ਹਨ। ਇੱਥੇ ਹੁਣੇ ਅਸੀਂ ਇੱਕ ਖਾਲੀ ਥਾਂ ਵੀ ਕੀਤੀ ਹੈ ਤਾਂ ਅਸੀਂ 7.3 ਦੇ ਨਾਲ ਕਰਾਂਗੇ। ਠੀਕ ਹੈ। ਇਹ ਤੁਹਾਡੇ ਕੋਲੇ ਹੈ x1 y1, ਇਹ ਤੁਹਾਡੇ ਕੋਲੇ ਹੈ x2 y2, ਇਹਨੂੰ ਮੰਨ ਲਓ x3 y3। ਹੁਣ ਤੁਹਾਨੂੰ ਪਤਾ ਖੇਤਰਫਲ ਕੀ ਹੁੰਦਾ ਟ੍ਰਾਇੰਗਲ ਦਾ, ਵੈਸੇ ਤਾਂ 1/2 ਹੁੰਦਾ, पर 1/2 ਜਦੋਂ ਇੱਥੇ 0 ਦੇ ਨਾਲ ਗੁਣਾ ਹੋਊਗਾ ਖਤਮ ਹੋ ਜਾਊਗਾ, ਤਾਂ ਮੈਂ ਸਿੱਧਾ ਇੰਨਾ ਲਿਖਾਂ, ਇਹ ਹੈ ਤੁਹਾਡੇ ਕੋਲੇ x1, ਫਿਰ y ਕਿਦਾਂ ਲਿਖਦੇ ਹੁੰਦੇ, ਇਸ ਤੋਂ ਅੱਗੇ ਚੱਲੋ, 1 ਤੋਂ ਬਾਅਦ ਕੀ ਆਂਦਾ 2, -2 ਤੋਂ ਬਾਅਦ ਕਿੰਨਾ ਆਂਦਾ 3, ਫਿਰ ਪਲੱਸ x2, 2 ਤੋਂ ਬਾਅਦ ਕਿੰਨਾ ਆਂਦਾ 3, y3 y1, ਫਿਰ ਪਲੱਸ ਤੁਹਾਡੇ ਕੋਲੇ ਕਿੰਨਾ ਆ ਜਾਊਗਾ x3, ਔਰ ਐਂਡ ਦੇ ਵਿੱਚ ਕੀ ਆ ਜਾਊਗਾ y1 y2। ਇਹ ਸਭ ਕੁਝ ਕਿਹਦੇ ਬਰਾਬਰ ਹੈ 0 ਦੇ। ਵੈਸੇ ਇੱਥੇ ਜਦੋਂ ਅਸੀਂ ਟ੍ਰਾਇੰਗਲ ਦਾ ਖੇਤਰਫਲ ਲਿਖਦੇ ਨੇ ਮੂਰੇ 1/2 ਵੀ ਲਿਖਦੇ, ਹੁਣ ਮੈਂ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ, ਕਿਉਂਕਿ ਆ ਬਰਾਬਰ 0 ਆ, ਉਹ 0 ਹੋ ਜਾਣਾ। 1/2 ਨੇ ਉੱਧਰ ਜਾ ਕੇ ਜਦੋਂ 2 ਨੇ ਗੁਣਾ ਹੋਣਾ 0 ਦੇ ਨਾਲ ਖਤਮ ਹੋ ਜਾਣਾ। ਲਓ ਜੀ, ਹੁਣ ਅਸੀਂ ਸਾਰਿਆਂ ਨੂੰ x1 y1 x2 y2 x3 y3 ਆਲਰੇਡੀ ਮੰਨ ਚੁੱਕੇ ਹਾਂ, ਸਿਰਫ ਸਿੱਧੀ ਵੈਲਿਊ ਪੁੱਟ ਕਰਾਂਗੇ ਹੈ ਨਾ। ਲਾਓ ਜੀ ਕਰੋ ਫਿਰ ਵੈਲਿਊ ਪੁੱਟ। ਜਦੋਂ ਤੁਸੀਂ x1 ਦੀ ਵੈਲਿਊ ਪੁੱਟ ਕੀਤੀ ਆਂਦੀ ਵੀ 8, ਧਿਆਨ ਦੇ ਨਾਲ ਦੇਖੀ ਜਾਣੀ। ਠੀਕ ਹੈ ਜੀ। y2 ਦੀ ਵੈਲਿਊ ਹੈ ਤੁਹਾਡੇ ਕੋਲੇ -4, ਫਿਰ y3 ਕਿੱਥੇ ਗਿਆ ਤੁਹਾਡੇ ਕੋਲੇ -5, ਇਹ ਮਾਈਨਸ ਤੇ ਆ ਵਾਲੀ ਮਾਈਨਸ ਪਲੱਸ ਕਿੰਨਾ ਹੋ ਗਿਆ ਪਲੱਸ ਤੇ 5। ਅੱਛਾ ਜੀ, ਫਿਰ ਆ ਜਾਓ ਪਲੱਸ x2 ਕਿੰਨਾ ਹੈ k, y3 ਦੀ ਵੈਲਿਊ ਕਿੰਨੀ ਹੈ ਜੀ, y3 ਦੀ ਵੈਲਿਊ ਹੈ ਤੁਹਾਡੇ ਕੋਲੇ -5, ਫਿਰ ਤੁਹਾਡੇ ਕੋਲੇ -1 ਆ ਗਿਆ, ਫਿਰ ਪਲੱਸ ਕਿੰਨਾ ਹੈਗਾ 2, ਠੀਕ 2, then y1 ਹੈ ਤੁਹਾਡੇ ਕੋਲੇ 1, फिर माइनस प्लस, फिर 4 इंटू इक्वल टू 0 है ना। लो जी, हुण इहनूं सॉल्व कर लईए जरा माड़ा जिहा।
लो जी ਤੁਹਾਡੇ ਕੋਲੇ ਕਿੰਨਾ ਆ ਗਿਆ ਤੁਹਾਡੇ ਕੋਲੇ ਫਰਦਰ ਆ ਗਿਆ ਇਹਨੂੰ ਸੋਲਵ ਕਰ ਲਓ ਇਹ ਆ ਗਿਆ 8 into 1 ਠੀਕ ਹੈ ਜੀ ਪਲੱਸ k into माइनस 6 प्लस 2 into 5 सारा किहदे बराबर है 0 के बराबर है राइट तो कितना आ गया तुहाडे कोले देखियो जे 8 जमा माइनस 6 के जमा 10 बराबर 0 ओके जी कितना आ गया ये हो गया माइनस 6 के आ 18 इधर आ गया माइनस 18 माइनस ना माइनस कट्टिया गया के किहदे बराबर आ गया 18 बटा 6 जो किहदे बराबर है तुहाडे कोले 3 ਦੇ बराबर है ठीक है जी लो ਇਹਦੇ ਨਾਲ ਤੁਸੀਂ ਕੀ ਕੀਤਾ k ਦਾ ਮੁੱਲ ਫਾਈਂਡ ਕਰ ਲਿਆ ਨੈਕਸਟ ਆ ਜਾਓ ਨੈਕਸਟ ਹੈ ਤੁਹਾਡੇ ਕੋਲੇ ਜਿਹੜਾ ਹੈਗਾ ਕੁਐਸਚਨ ਨੰਬਰ 10 ਠੀਕ ਹੈ ਜੀ ਕੁਐਸਚਨ ਨੰਬਰ 10 ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ ਤੁਹਾਡੇ ਕੋਲੇ ਕੋਈ ਬਿੰਦੂ ਹੈ a ਤੇ b ਠੀਕ ਹੈ ਜੀ ਉਹ ਕੀ ਕਹਿੰਦਾ ਪਿਆ ਇਹ ਜਿਹੜਾ a ਤੇ b ਹੈ ਨਾ ਇਹਨਾਂ ਨੂੰ ਕੀ ਕਰਨਾ ਤੁਸੀਂ ਮਿਲਾਓ ਠੀਕ ਲਓ ਅਸੀਂ ਵੀ ਕੀ ਕੀਤਾ a ਬਿੰਦੂ ਲੈ ਲਿਆ ਇੱਥੇ और इधर केड़ा बिंदु ले लिया b ले लिया a केड़ा सीगा -4,0 सी और b कितना सी 0,6 सी ठीक है जी इन्हां नूं आपस च मिलाया ते कहंदा किन्ने भागां विच वंडे 4 भागां विच वंडे आ लो मान लो एक भाग आ 2 भाग आ 3 भाग देखो इन्हां 3 मैं कहां आ 3 नवे बिंदुआं ने दिते होए रेखाखंड नूं किन्ने बराबर भागां च वंडता 4 बराबर भागां च वंडता देख लो पहला भाग दूजा भाग तीजा भाग ते चौथा भाग मान लो ए वाला बिंदु P है ए वाला बिंदु Q है ए वाला बिंदु R है ठीक है जी हुण कड्ढना की है तुसीं कहंदा पिया जेड़े बिंदु इस AB रेखाखंड नूं 4 बराबर भागां विच वंड रहे हैं उन्हां दे निर्देशांक पता करो ठीक आ क्योंकि ये बराबर भागां च वंड रहे हैं हुण सब तो पहलां Q ते आ जाओ देखो इधर किन्ने बराबर हिस्से 2 इधर भी किन्ने बराबर हिस्से 2 मतलब Q की है मध्य बिंदु है तो Q की बन गया Q तुहाडे कोले बन गया मध्य बिंदु राइट जदों तुहाडे कोले की आ जांदा है जदों तुहाडे कोले मध्य बिंदु आ जांदा है उस टाइम ते तुसीं की कहंदे हुंदे आ किन्ने अनुपात विच वंडदा है तुसीं 1 अनुपात 1 विच कहंदे आ क्योंकि Q की है तुहाडे कोले मध्य बिंदु है तां ठीक है मैं P नहीं लिया ना R लिया पहला मैं Q ले लिया Q मध्य बिंदु है गब्बे गब्बे है इधर भी 2 बराबर हिस्से इधर भी 2 बराबर हिस्से इस करके ये की करूगा ए बी नूं किहड़े ए बी नूं किद्दां वंडूगा 1 अनुपात 1 विच वंड लूगा है ना ठीक है तो चलो फिर Q दे जेकर ਇਹਦੇ कोआर्डिनेट x, y ਤੇ ਕੱਢ ਲਈਏ x ਕਿਹਦੇ ਬਰਾਬਰ ਹੋਊਗਾ ਤੁਹਾਨੂੰ ਪਤਾ ਹੈ ਅਸੀਂ ਕੀ ਲਿਖਦੇ ਹੁੰਦੇ ਆ ਯਾਦ ਹੈ ਨਾ ਕਿਉਂਕਿ ਇਹ 1 अनुपात 1 ਵਿੱਚ ਵੰਡਦਾ ਪਿਆ तो m1 x2 ठीक 1 0 0 फिर प्लस 1 -4 आ गया बटे दे विच कितना आ गया 1 जमा 1 किन्ने 2 कितना आ गया -4 बटा 2 कितना आ गया तुहाडे कोले -2 ठीक सिमिलरली y किहदे बराबर आ गया हाँ जी 1 अनुपात 1 तो 1 गुणा 6 जमा 0 बटा 2 कितना आ गया 6 बटा 2 कितना आ गया तुहाडे कोले 3 तो ਇਹਦਾ मतलब आ ਜਿਹੜਾ q बिंदु आ ਇਹਦੇ ਜਿਹੜੇ ਨਿਰਦੇਸ਼ਾਂਕ ਹੈ ਕਿੰਨੇ ਹੋ ਗਏ -2,3 ठीक है जी हुण इस P ਦੇ ਵੀ फटाफट निकल ਜਾਣਗੇ ਕਿੱਦਾਂ देखो ਜੇ ਮੈਂ ਕਹਾਂ AQ ਸਿਰਫ AQ ਨੂੰ ਦੇਖੋ ਆ ਤੁਹਾਡੇ ਕੋਲੇ ਬਿੰਦु A ਆ ਠੀਕ ਹੈ ਜੀ ਆ ਵਾਲਾ ਤੁਹਾਡੇ ਕੋਲੇ ਬਿੰਦु ਕੀ ਹੈ Q ਠੀਕ A ਦੇ ਨਿਰਦੇਸ਼ਾਂਕ -4,0 Q ਦੇ ਨਿਰਦੇਸ਼ਾਂਕ ਕਿੰਨੇ -2, ਫਿਰ 3 ਇੱਥੇ ਗੱਬੇ ਇੱਕ ਬਿੰਦੂ ਪਿਆ ਹੋਇਆ P ਹੁਣ P ਕੀ ਕਰਦਾ ਪਿਆ ਇਸ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਪਿਆ 1 अनुपात 1 ਵਿੱਚ ਵੰਡਦਾ ਪਿਆ ਤੇ ਤੁਸੀਂ P ਦੇ x ਤੇ y ਕੱਢ ਸਕੋਗੇ ਫਟਾਫਟ ਫਿਰ ਸਿਮਿਲਰਲੀ QB ਓਕੇ ਇੱਥੇ ਤੁਹਾਡੇ ਕੋਲੇ ਪੁਆਇੰਟ Q ਆ ਇੱਥੇ ਤੁਹਾਡੇ ਕੋਲੇ ਪੁਆਇੰਟ B ਆ ਆ Q ਲੈ ਲਓ ਇਹਨੂੰ B ਲੈ ਲਓ ਹੁਣ Q ਦੇ ਵੀ ਨਿਰਦੇਸ਼ਾਂਕ ਪਤਾ ਹੈ 2, -2,3 ਔਰ B ਦੇ ਹੈ 0,6 ਇੱਥੇ ਗੱਬੇ ਕੌਣ ਪਿਆ ਹੋਇਆ R R ਕੀ ਕਰਦਾ ਪਿਆ QB ਨੂੰ 1 अनुपात 1 ਵਿੱਚ ਵੰਡਦਾ ਪਿਆ ਤਾਂ ਆਸਾਨੀ ਦੇ ਨਾਲ ਤੁਸੀਂ ਇਹਨਾਂ ਦੇ R ਦੇ ਵੀ ਨਿਰਦੇਸ਼ਾਂਕ ਕੱਢ ਸਕਦੇ ਆ ठीक है तो ਜਿਹੜਾ ਬਿੰਦੂ P ਹੈ ਉਹਦੇ ਨਿਰਦੇਸ਼ਾਂਕ ਤੁਸੀਂ ਕੱਢਣੇ Q ਦੇ ਨਹੀਂ R ਦੇ ਵੀ ਨਿਰਦੇਸ਼ਾਂਕ ਤੁਸੀਂ ਕੱਢਣੇ ਠੀਕ ਹੈ ਜੀ ਤਰੀਕਾ ਤੁਹਾਨੂੰ ਦੱਸਤਾ ਹਮੇਸ਼ਾ ਮੱਧ ਬਿੰਦੂ ਲੱਭ ਲਈਦਾ ਹੁੰਦਾ ਫਟਾਫਟ ਇਦਾਂ ਦੇ ਸਵਾਲਾਂ ਦੇ ਵਿੱਚ ਅੱਛਾ ਜੀ ਨੈਕਸਟ ਕੁਐਸਚਨ ਦੇਖੋ ਜੀ ਕੁਐਸਚਨ ਨੰਬਰ 11 ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਠੀਕ ਹੈ ਜੀ ਆਪਾਂ ਨਿਰਦੇਸ਼ਾਂਕ ਪਤਾ ਕਰਨੇ ਆ ਜੋ ਬਿੰਦੂ ਕਿੰਨੇ -1,7 ਅਤੇ 4,-3 ਵਾਲੇ ਰੇਖਾਖੰਡ ਨੂੰ ਓਕੇ ਤੁਹਾਡੇ ਕੋਲ ਇੱਥੇ ਇੱਕ ਬਿੰਦੂ ਆ मान लो इन्हें मैं नाम रखता A जिहदे निर्देशांक है -1,7 ठीक है इधर एक बिंदु है B जिहदे निर्देशांक है 4,-3 हुण इत्थे कोई बिंदु पिया होया मान लो P सानू उहदे निर्देशांक नहीं पता पर सानू इन्ना पता ये P दिते हुए रेखाखंड नूं 2 अनुपात 3 विच वंडदा है
ठीक है जी। ओके एक्स किहदे बराबर होगा फिर एक्स बराबर होगा m1 इंटू x2 कितना 2 गुणा 4 8 जमा जमा पर इत्थे 3 गुणा माइनस 1 किन्ने हो गए माइनस 3 बटे दे विच जोड़ दो 2 जमा 3 5 एक्स किहदे बराबर आ गया 5 बटा 5 किहदे बराबर आ गया 1 दे एक्स निकल गया y आ जाओ जी सिमिलरली y किहदे बराबर होगा 2 इंटू माइनस दे 6 3 गुणा 7 21 जमा दे 21 बटे दे विच कितना आ गया तुहाडे कोले 5 तो y किहदे बराबर आ गया तुहाडे कोले 15 बटा 5 है ना माइनस किया तो कितना आ गया 3 तो जेड़ा एड़ा ए पी है दे कोऑर्डिनेट किन्ने हो गए आंसर कितना आ गया 1,3 ठीक है जी 1,3 ਜਿਹਦੇ ਨਿਰਦੇਸ਼ਾਂਕ ਨੇ ਉਹ ਦਿੱਤੇ ਹੋਏ ਰੇਖਾਖੰਡ ਨੂੰ 2:3 ਵਿੱਚ ਵੰਡਦਾ ਹੈ ਨੈਕਸਟ ਆ ਗਿਆ ਤੁਹਾਡੇ ਕੋਲੇ ਕੀ ਕਹਿੰਦਾ ਪਿਆ त्रिकोण ਦਾ ਖੇਤਰਫਲ ਪਤਾ ਕਰੋ ਠੀਕ ਹੈ ਜਿਸ ਦੇ ਸਿਖਰ ਕਰਮਵਾਰ 4 -4,2 -3,5 ਅਤੇ 3,-2 ਹੋਣ ਇਹਦਾ ਮਤਲਬ ਦੇਖੋ ਸਪੋਜ਼ ਕਰ ਲਓ ਤੁਹਾਡੇ ਕੋਲੇ ਇਹ ਟ੍ਰਾਇੰਗਲ ਆ ਇੱਕ A ਪੁਆਇੰਟ ਹੈ ਇੱਕ B ਪੁਆਇੰਟ ਹੈ ਇੱਕ C ਪੁਆਇੰਟ ਹੈ A ਦੇ ਕੋਆਰਡੀਨੇਟ ਹੈ -4,2 B ਦੇ ਕੋਆਰਡੀਨੇਟ ਹੈ -3, -5 ਐਂਡ C ਦੇ ਕੋਆਰਡੀਨੇਟ ਹੈ 3, -2 ਠੀਕ ਹੈ ਜੀ ਤੁਸੀਂ ਇਹਨੂੰ ਮੰਨ ਲਓ ਇਹ x1 ਹੈ ਇਹ y1 ਹੈ ਇਹ x2 ਹੈ ਇਹ y2 ਹੈ ਇਹ x3 ਹੈ ਇਹ y3 ਹੈ ਹੁਣ ਏਰੀਆ ਫਾਈਂਡ ਕਰਨਾ ਕਿਸੇ ਵੀ ਟ੍ਰਾਇੰਗਲ ਦਾ ਜਿਹੜਾ ਖੇਤਰਫਲ ਹੁੰਦਾ ਹੈ ਕਿਹਦੇ ਬਰਾਬਰ ਹੁੰਦਾ ਹੁੰਦਾ 1/2 ਇਨਟੂ ਬ੍ਰੈਕਟ ਦੇ ਵਿੱਚ ਕਿੰਨਾ ਕੁਝ ਆਂਦਾ ਪਹਿਲਾਂ ਆਂਦਾ x1 ਫਿਰ ਇਨਟੂ y2 y3 ਫਿਰ ਪਲੱਸ x2 ਇਨਟੂ ਨੈਕਸਟ ਕਿੰਨਾ ਆਂਦਾ ਤੁਹਾਡੇ ਕੋਲੇ y3 y1 फिर प्लस x3 इंटू कितना y1 y2 ठीक है जी सारा दी वैल्यू पुट करिए फटाफट हुण असी x1 x2 सब कुछ मान लिया होया लो जी कितना आ गया x1 दी वैल्यू पुट करो ये तुहाडे कोले कितना माइनस दे 4 इंटू ब्रैकेट दे विच माइनस दे 5 जमा दे 2 ठीक है ना इत्थे जमा बन जाना फिर अगे कितना है तुहाडे कोले नैक्सट है तुहाडे कोले माइनस दे 3 फिर ब्रैकेट दे विच कितना है तुहाडे कोले माइनस दे 2 फिर माइनस माइनस प्लस जमा दे 2 फिर जमा दे 3 फिर ब्रैकेट दे विच 2 माइनस माइनस प्लस 5 ठीक है जी कितना आ गया 1/2 ब्रैकेट दे विच कितना आंदा पिया आ माइनस दे 4 है ए माइनस दे 3 है कितने हो गए 12 ये कैंसिल हो गया 0 इंटू -3 खत्म ठीक है जी ये कितने बन गए 7 7 21 जमा दे 21 टोटल कर लो कितना आ गया 33/2 नाल की आ जाऊगा तुहाडे कोले वर्ग इकाइयां है ना क्षेत्रफल कटते हुए तब प्रॉपरली कटूंगे वर्ग इकाइयां लो जी नैक्सट आ जाओ नैक्सट है तुहाडे कोले क्वेश्चन नंबर तुहाडा 13th क्वेश्चन ਦੇ ਵਿੱਚ ਤੁਹਾਡੇ ਕੋਲੇ ਕੀ ਕਹਿੰਦਾ ਪਿਆ ਜੇਕਰ A ਜਿਹਦੇ ਕੋਆਰਡੀਨੇਟ 4,2 ਹੈ B ਜਿਹਦੇ ਨਿਰਦੇਸ਼ਾਂਕ 6,5 ਹੈ C ਜਿਹਦੇ 1,4 ਹੈ ਤ੍ਰਿਭੁਜ ਦੇ ਸਿਖਰ ਹਨ ਠੀਕ ਹੈ ਜੀ A ਤੋਂ ਹੋ ਕੇ ਜਾਣ ਵਾਲੀ ਮੱਧਿਕਾ BC ਨੂੰ D ਉੱਤੇ ਮਿਲਦੀ ਹੈ ਤਾਂ AD ਦੀ ਲੰਬਾਈ ਪਤਾ ਕਰੋ ਠੀਕ ਹੈ ਓਕੇ ਕੀ ਕਹਿੰਦਾ ਵੈ ਇਹਦੇ ਵਿੱਚ ਧਿਆਨ ਦੇਣਾ ਦੇਖੋ ਤੁਹਾਡੇ ਕੋਲੇ ਕੀ ਹੈ ਆ ਹੈ ਇਹ ਬਿੰਦੂ A ਹੈ ਇਹ ਬਿੰਦੂ B ਹੈ ਇਹ ਬਿੰਦੂ C ਹੈ ਠੀਕ ਹੈ ਜੀ A ਦੇ ਕੋਆਰਡੀਨੇਟ ਲਿਖ ਲਓ ਜੀ 4,2 B ਦੇ ਕੋਆਰਡੀਨੇਟ ਲਿਖ ਲਓ 6,5 C ਦੇ ਕੋਆਰਡੀਨੇਟ ਲਿਖ ਲਓ 1,4 ਠੀਕ ਹੈ ਜੀ ਹੁਣ ਇਹ ਕੀ ਕਰਦਾ ਪਿਆ ਜਿਹੜੀ A ਤੋਂ ਹੋ ਕੇ ਜਾਣ ਵਾਲੀ ਦੇਖੋ A ਤੋਂ ਹੋ ਕੇ ਜਾਣ ਵਾਲੀ ਮੱਧਿਕਾ ਜਿਹੜੀ BC ਨੂੰ ਕਿੱਥੇ ਮਿਲਦੀ ਹੈ D ਤੇ ਮਿਲਦੀ ਹੈ ਮਤਲਬ ਇਹ ਜਿਹੜਾ D ਹੈ ਇਹ BC ਨੂੰ ਕੀ ਕਰਦਾ ਪਿਆ ਦੋ ਬਰਾਬਰ ਭਾਗਾਂ ਵਿੱਚ ਕੀ ਕਰਦਾ ਪਿਆ ਵੰਡਦਾ ਪਿਆ ਠੀਕ ਹੈ ਜੀ ਤਾਂ ਫੇਰ ਕੀ ਕਰੋ ਕਹਿੰਦਾ AD ਦੀ ਲੰਬਾਈ ਪਤਾ ਕਰੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਦੇਖੋ ਆ ਜਿਹੜਾ D ਆ AD ਦੀ ਲੰਬਾਈ ਪਤਾ ਕਰਨ ਵਾਸਤੇ ਇੱਥੇ ਅਸੀਂ ਕਿਹੜਾ ਸੂਤਰ ਲਾਵਾਂਗੇ ਦੂਰੀ ਦਾ ਸੂਤਰ ਲਾਵਾਂਗੇ ਰਾਈਟ ਬਟ D ਕਿੱਦਾਂ ਫਾਈਂਡ ਕਰੀਏ ਹੁਣ ਦੇਖੋ D ਹੈ ਜਿਹੜਾ BC ਨੂੰ 1:1 ਚ ਵੰਡਦਾ ਪਿਆ ਕਿਉਂਕਿ D ਮੱਧ ਬਿੰਦੂ ਆ ਤੇ ਜੇ ਇਹਦੇ ਕੋਆਰਡੀਨੇਟ x, y ਹੋਏ ਹੈਨਾ ਤੇ x ਕਿੱਦਾਂ ਫਾਈਂਡ ਕਰਾਂਗੇ y ਕਿੱਦਾਂ ਫਾਈਂਡ ਕਰਾਂਗੇ x ਕਿਹਦੇ ਬਰਾਬਰ ਆ ਜਾਊਗਾ ਦੇਖੋ x ਬਰਾਬਰ ਆ ਜਾਊਗਾ 1 ਜਮਾ 1 * 6 ਬਟੇ ਚ 2 x ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲੇ 7/2 ਦੇ ਬਰਾਬਰ ਆ ਗਿਆ ਠੀਕ ਹੈ अच्छा जी सिमिलरली y किहदे बराबर आ गया देखो ध्यान देना y किहदे बराबर आ गया ये आ जाऊगा 1 * 4 जमा 1 * 5 बटे 2 तो y किहदे बराबर आ गया तुहाडे कोले 9/2 दे ठीक हुण मैं सिर्फ AD लिखांगी देखो A ते D ये बिंदु A है जिहदे निर्देशांक 4,2 है ते ये बिंदु D है जिहदे निर्देशांक 7/2, 9/2 ने ठीक है जी ਹੁਣ ਤੁਸੀਂ ਕੀ ਕਰੋ AD ਦੀ ਵੈਲਿਊ ਫਾਈਂਡ ਕਰ ਲਓ ਕਿੱਦਾਂ ਕਿਹੜਾ ਸੂਤਰ ਲਾਓ ਇੱਥੇ
दूरी दा सूत्र लाओ और ਜਿਹੜਾ ਤੁਹਾਡੇ ਕੋਲੇ ਜਿਹੜੀ ਆਨਸਰ ਹੈ ਉਹ ਤੁਸੀਂ ਕੱਢੋਗੇ ਏਡੀ ਦਾ ਕਿੰਨਾ ਆਨਸਰ ਆਇਆ ਠੀਕ ਹੈ ਕਿੰਨੇ ਇਕਾਈਆਂ ਆਨਸਰ ਆਇਆ ਨੈਕਸਟ ਆ ਜਾਓ ਜੀ ਕੁਐਸਚਨ ਨੰਬਰ 14 ਕੁਐਸਚਨ ਨੰਬਰ 14 ਦੇ ਵਿੱਚ ਕਹਿੰਦਾ ਪਿਆ ਉਸ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੇ ਸਿਖਰ ਕ੍ਰਮਵਾਰ ਠੀਕ ਹੈ ਜੀ ਤੁਹਾਨੂੰ ਕੀ ਕੀਤਾ ਹੋਇਆ ਕੋਈ ਚਤੁਰਭੁਜ ਬਣਾ ਲਓ ਇਹਦਾ ਨਾਮ ਰੱਖ ਲਓ A ਇਹਦਾ ਨਾਮ ਰੱਖ ਲਓ V ਇਹਦਾ ਨਾਮ ਰੱਖ ਲਓ C ਇਹਦਾ ਨਾਮ ਰੱਖ ਲਓ D ਅਸੀਂ ਕੀ ਕੀਤਾ ਚਾਰੇ ਸਿਖਰਾਂ ਦੇ ਚਾਰੇ ਵਰਟਿਸਿਸ ਦੇ ਨਾਮ ਰੱਖ ਲਏ ਕੋਆਰਡੀਨੇਟ ਮੈਂਸ਼ਨ ਕਰ ਦਿਓ 1,2 6,2 5,3 ਤੇ 3,4 ਅਸੀਂ ਸਾਰਿਆਂ ਨੇ ਨਿਰਦੇਸ਼ਾਂਕ ਮੈਂਸ਼ਨ ਕਰਤੇ ਆਪਣੇ ਵਾਸਤੇ ਆਪਣੀ ਸਹੂਲੀਅਤ ਲਈ ਅਸੀਂ ਇੱਕ ਡਾਇਗੋਨਲ ਇੱਕ ਵਿਕਰਨ ਨੂੰ ਮਿਲਾ ਲਿਆ ਤਾਂ ਮੇਰੇ ਕੋਲ ਇੱਕ ਤਿਕੋਣ ਤੇ ਇੱਕ ਦੂਜੀ ਤਿਕੋਣ ਬਣ ਗਈ ਤਾਂ ਮੈਂ ਕੀ ਕਰਾਂਗੀ ਪਹਿਲਾਂ ਕਿਹੜੀ ਤਿਕੋਣ ਦਾ ਖੇਤਰਫਲ ਤਿਕੋਣ ABC ਦਾ ਖੇਤਰਫਲ ਕੱਢਾਂਗੀ है ना ਖੇਤਰਫਲ ABC ਦਾ ਕੱਢਾਂਗੀ ਇਸੇ ਤਰੀਕੇ ਨਾਲ ਮੈਂ ਖੇਤਰਫਲ ਕਿਹਦਾ ਕੱਢਾਂਗੀ ਟ੍ਰਾਇੰਗਲ ACD ਦਾ ਖੇਤਰਫਲ ਕੱਢਾਂਗੀ ਫਿਰ ਕੀ ਕਰ ਦਾਂਗੀ ਇਹਨਾਂ ਦੋਨਾਂ ਦੇ ਖੇਤਰਫਲਾਂ ਦਾ ਜੋੜ ਕਰ ਦਾਂਗੀ ਜੋ ਮੇਰੇ ਕੋਲੇ ਕੀ ਆ ਜਾਊਗਾ ਕਿਹਦਾ ਖੇਤਰਫਲ ਆ ਜਾਊਗਾ ਖੇਤਰਫਲ ਚਤੁਰਭੁਜ ਕਿਹੜੀ ਚਤੁਰਭੁਜ ABCD ਦਾ ਕੀ ਆ ਜਾਊਗਾ ਖੇਤਰਫਲ ਆ ਜਾਊਗਾ ਤਾਂ ਇਸ ਤਰੀਕੇ ਨਾਲ ਤੁਸੀਂ ਕੱਢੋਗੇ ਠੀਕ ਹੈ ਜੀ ਤੁਹਾਨੂੰ ਆਂਦਾ ਹੈ ਕਰਨਾ तो ਜਿਹੜਾ ਜਦੋਂ ਤੁਸੀਂ ਸੋਲਵ ਕਰੋਗੇ ਟ੍ਰਾਇੰਗਲ ABC ਦਾ ਖੇਤਰਫਲ ਆਊਗਾ ਤੁਹਾਡੇ ਕੋਲੇ 5/2 ਔਰ ਇਹਦਾ ਖੇਤਰਫਲ ਆਊਗਾ ਤੁਹਾਡੇ ਕੋਲੇ 3 ਜਦੋਂ ਤੁਸੀਂ ਇਹਨਾਂ ਦਾ ਟੋਟਲ ਕਰੋਗੇ ਜੋੜ ਕਰੋਗੇ ਆਨਸਰ ਆਊਗਾ 11/2 ਵਰਗ ਇਕਾਈਆਂ ਚੈੱਕ ਕਰਨਾ ਤੁਹਾਡਾ ਵੀ ਇੰਨਾ ਆਂਦਾ ਵਾ ਨੈਕਸਟ ਹੈ ਤੁਹਾਡੇ ਕੋਲੇ ਕੁਐਸਚਨ ਨੰਬਰ 15 15ਵਾਂ ਕੁਐਸਚਨ ਕੀ ਕਹਿੰਦਾ ਪਿਆ ਤੁਹਾਡੇ ਕੋਲੇ ਬਿੰਦੂ ਹੈ 5,-6 ਤੇ 1,-4 ਠੀਕ ਇੱਥੇ ਅਸੀਂ ਇੱਕ ਬਿੰਦੂ ਲੈ ਲਿਆ ਇੱਕ ਬਿੰਦੂ ਦੂਸਰਾ ਲੈ ਲਿਆ ਇਹਨੂੰ ਮੰਨ ਲਓ A ਇਹਨੂੰ ਮੰਨ ਲਓ B ਠੀਕ ਹੈ ਜੀ A ਬਿੰਦੂ ਦੇ ਨਿਰਦੇਸ਼ਾਂਕ ਕਿੰਨੇ ਆ 5,-6 B ਬਿੰਦੂ ਦੇ ਕਿੰਨੇ ਆ ਤੁਹਾਡੇ ਕੋਲੇ -1,-4 ਠੀਕ ਹੈ तो कहता पाया जेकर इनू y धुरा इत्थे कोई मतलब y धुरे ते कोई बिंदु आ ठीक है y धुरे ते मान लो ये p बिंदु है जिहड़ा y धुरे ते पिया होया y धुरे ते पिया होया दा मतलब ਇਹਦੀ ਜਿਹੜੀ x ਦੀ ਵੈਲਿਊ ਆ ਉਹ 0 ਹੈ ਤੇ y ਦੀ ਵੈਲਿਊ ਕੁਝ ਹੈ ਠੀਕ ਹੈ ਕਹਿੰਦਾ ਦੱਸੋ ਜੀ ਕਿਹੜੇ ਅਨੁਪਾਤ ਵਿੱਚ ਵੰਡਦਾ ਪਿਆ ਕਿਸ ਅਨੁਪਾਤ ਵਿੱਚ ਵੰਡਦਾ ਪਿਆ ਅਸੀਂ ਮੰਨ ਲਈਏ ਕਿ k ਅਨੁਪਾਤ 1 ਚ ਵੰਡਦਾ ਪਿਆ ਹੈ ਨਾ ਲਓ ਜੀ ਕਿਉਂਕਿ ਇਹ k ਅਨੁਪਾਤ 1 ਵਿੱਚ ਵੰਡਦਾ ਪਿਆ ਹੁਣ ਦੇਖੋ ਇਹਦਾ ਮਤਲਬ ਜਿਹੜੀ ਇਹਦੀ ਆ x ਦੀ ਵੈਲਿਊ ਹੈ ਉਹ ਕਿੰਨੀ 0 ਕਿਹਦੇ ਬਰਾਬਰ ਹੋਊਗੀ k -1 ਮਾਈਨਸ ਦੇ k ਫਿਰ ਜਮਾ 1 × 5 ਕਿੰਨਾ ਹੋ ਗਿਆ 5 ਬਟੇ ਦੇ ਵਿੱਚ k ਜਮਾ 1 है ना अच्छा ਹੁਣ ਧਿਆਨ ਦੇਣਾ ਦੇਖੋ ਇਹਦੇ ਵਿੱਚ ਜਿਹੜਾ k ਜਮਾ 1 ਹੈ ਇਟ ਕਾਂਟ ਬੀ 0 ਹੈ ਨਾ ਤਾਂ k + 1 ਜੋ ਹੈ ਇਟ ਕੈਨ ਨਾਟ ਬੀ 0 ਜਦੋਂ ਅਸੀਂ ਇਹਨੂੰ ਗੁਣਾ ਕਰਾਂਗੇ ਤਾਂ ਮਾਈਨਸ ਦੇ k ਜਮਾ 5 ਕਿਹਦੇ ਬਰਾਬਰ ਆ ਗਏ 0 ਦੇ ਬਰਾਬਰ ਆ ਗਏ तो a माइनस का k किहदे बराबर आ गया माइनस दे 5 दे बराबर आ गया ये माइनस ना माइनस कट्टी गई k दा आंसर कितना आ गया 5 तो k अनुपात 1 दरअसल किहदे बराबर है 5 अनुपात 1 दे बराबर है ਇਹਦਾ मतलब ਇਹ ਜਿਹੜਾ p ਹੈ ਜਿਹੜਾ ਬਿੰਦੂ y ਧੁਰੇ ਤੇ ਪਿਆ ਜਿਹਦੇ ਕੋਆਰਡੀਨੇਟ 0,y ਨੇ ਅਸੀਂ ਆਪੇ ਲੱਭੇ ਆ ਉਹ ਕਿੰਨੇ ਰੇਸ਼ੋ ਚ ਵੰਡਦਾ ਪਿਆ 5 अनुपात 1 ਦੇ ਵਿੱਚ ਕੀ ਕਰਦਾ ਪਿਆ ਵੰਡਦਾ ਪਿਆ ਠੀਕ ਹੈ ਜੀ ਲਓ ਜੀ तो इस तरीके ਦੇ ਨਾਲ ਤੁਹਾਡੇ ਇਹ ਜਿਹੜੇ वर्कशीट नंबर 7 ਦੇ ਜਿਹੜੇ 15 ਕੁਐਸਚਨ ਨੇ ਉਹ ਅਸੀਂ ਸੋਲਵ ਕਰ